ਸਾਡੀ ਪਾਰਟੀ ਦਾ ਫੈਸਲਾ ਸੀਗਾ ਕਿ ਜੋ ਬੰਦੀ ਸਿੱਖਾਂ ਦੀ ਗੱਲ ਕਰੇਗਾ ਅਸੀਂ ਉਸ ਕੈਂਡੀਡੇਟ ਦਾ ਸਮਰਥਨ ਦੇਵਾਂਗੇ। ਆਮ ਆਦਮੀ ਪਾਰਟੀ ਦੀ ਕੈਂਡੀਡੇਟ ਨੇ ਮੇਰੇ ਕੋਲੋਂ ਜਦੋਂ ਸਮਰਥਨ ਮੰਗਿਆ 3 ਦਿਨ ਪਹਿਲਾਂ, ਮੈਂ ਉਹਨਾਂ ਅੱਗੇ ਇੱਕੋ ਮੁੱਦਾ ਰੱਖਿਆ ਕਿ ਭੈਣ ਜੀ ਤੁਸੀਂ ਸਾਡੀ ਮੰਗ ਬੰਦੀ ਸਿੱਖਾਂ ਦੀ ਹੈ, ਕਿਆ ਤੁਸੀਂ ਇਸ ਲੜਾਈ ਵਿੱਚ ਸਾਡੇ ਨਾਲ ਸ਼ਾਮਲ ਹੋਵੋਗੇ? ਉਹਨਾਂ ਨੂੰ ਬਲ ਬਖਸ਼ਿਆ ਔਰ ਉਹਨਾਂ ਨੇ ਪਰਸੋਂ ਪਿਛਲੇ ਦਿਨੀ ਵੀਡੀਓ ਜਨਤਕ ਕਰਕੇ ਦੱਸਿਆ ਕਿ ਅਗਰ ਮੈਨੂੰ ਗੁਰੂ ਸਾਹਿਬ ਨੇ ਮਾਨ ਦਿੱਤਾ ਤੇ ਮੈਂ ਬੰਦੀ ਸਿੱਖਾਂ ਦੀ ਲੜਾਈ ਹਾਊਸ ਵਿੱਚ ਵੀ ਲੜਾਂਗੀ ਔਰ ਆਪਣੀ ਸਰਕਾਰ ਨਾਲ ਵੀ ਗੱਲ ਕਰਾਂਗੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ ਕਵਲਜੀਤ ਕੌਰ ਸੰਗਤ ਨਾਲ ਇਹ ਵਾਅਦਾ ਕਰਨੀ ਆ, ਜਿਹੜੀ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ। ਅਗਰ ਮੈਨੂੰ ਗੁਰੂ ਨੇ ਮਾਨ ਬਖਸ਼ਿਆ ਤੇ ਮੈਂ ਆਪਣੀ ਸਰਕਾਰ ਦੇ ਨਾਲ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਜ਼ਰੂਰ ਕਰਾਂਗੀ। ਤੇ ਡਿਪਟੀ ਸੀਐਮ ਸਾਹਿਬ ਤੋਂ ਪਹਿਲਾਂ ਮੈਨੂੰ ਮਾਈਕ ਦਿੱਤਾ ਜਾਂਦਾ ਹੈ ਔਰ ਜਦੋਂ ਮੈਂ ਬੰਦੀ ਸਿੱਖਾਂ ਦੀ ਗੱਲ ਕਰਦਾ ਤੇ ਮੈਨੂੰ ਵਿਚਕਾਰ ਸਿਸੋਦੀਆ ਸਾਹਿਬ ਵੱਲੋਂ ਰੋਕਿਆ ਵੀ ਜਾਂਦਾ है कि तुसी यह गल ना करो। दिल्ली के अंदर 3 पार्टियां मेन है, 250 कैंडिडेट खड़े हुए हैं एक पार्टी से, 750 कैंडिडेट दिल्ली में लड़ रहे हैं, आजाद कैंडिडेट अलग है। ਪਬਲਿਕ ਦੀ ਜੋ ਅੱਜ ਸਿੱਖ ਸੰਗਤ ਦੀ ਆਵਾਜ਼ ਸੀ, ਮੈਨੂੰ ਆਮ ਜਨਤਾ ਤੱਕ ਪਹੁੰਚਾਉਣ ਦੀ ਬਹੁਤ ਲੋੜ ਸੀ, ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਸੀ। ਉਸ ਜਨ ਸਭਾ ਦੇ ਵਿੱਚ ਮੈਂ ਆਪਣੀ ਗੱਲ ਪੂਰੀ ਕਰਕੇ कि उनके पास भी एक बंदी सिंह देवेंद्रपाल सिंह भुल्लर जी हैं, अगर वो इस लड़ाई में हमारे साथ शामिल होते हैं तो आज एक सीट नहीं पूरी दिल्ली की सीट पूरे क्लीन स्वीप करके आपकी झोली में हम डालेंगे एमसीडी। बट उन्होंने वालों गोलमोल जवाब सी कि यह लड़ाई कूड़े की है, यह लड़ाई एमसीडी की है। भाई तुहाडी जिहड़ी मर्जी लड़ाई है, अज पंथ की लड़ाई इक्को है, बंदी सिंघां दी रिहाई। और उन्होंने एक जो शब्द यूज किया है, मैं समझदा कि वो बहुत मंदभागा शब्द है कि दिल्ली की लड़ाई है, दिल्ली के लोगों की लड़ाई है। लड़ाई हमारी गली के कूड़े की है। एमसीडी का चुनाव है, कूड़े पे बात होगी। एमसीडी का चुनाव है, गली की साफ सफाई पे बात करेंगे। क्योंकि प्रॉब्लम ये है कि जब जब हम कूड़े पे बात करते हैं, पिछले 15 साल से लोग कहते हैं पहले उस पर बात कर लो, बाद में कूड़े पे बात करेंगे। और इस चक्कर में हमारी गलियां पूरी कूड़ा कूड़ा हो गई हैं। हम दिल्ली के लोग हैं यार, हम दिल्ली में रहते हैं। इट मीनस के पंजाब दे ਉਹ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਕਿਆ ਉਹਨਾਂ ਨੂੰ ਰਿਹਾ ਕਰਨ ਵਾਸਤੇ ਆਮ ਆਦਮੀ ਪਾਰਟੀ ਨਹੀਂ ਸਾਥ ਦੇਗੀ? ਕਿਆ ਕੇਜਰੀਵਾਲ ਸਾਹਿਬ ਨੂੰ ਇਹਦੇ ਵਿੱਚ ਸਾਡਾ ਸਹਿਯੋਗ, ਸਿੱਖ ਧਰਮ ਦਾ ਸਹਿਯੋਗ ਨਹੀਂ ਦੇਣਾ ਚਾਹੀਦਾ? ਮੈਨੂੰ ਲੱਗਦਾ ਹੈ ਕਿ ਸਿਸੋਦੀਆ ਸਾਹਿਬ ਨੇ ਕਲੀਅਰ ਕਰਤਾ ਕਿ ਅਸੀਂ ਦਿੱਲੀ ਦੀ ਗੱਲ ਕਰਾਂਗੇ, ਸਾਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ। ਭਾਵੇਂ ਸਾਡੀ ਸਰਕਾਰ ਪੰਜਾਬ ਵਿੱਚ ਹੈਗੀ ਹੈ, ਬਟ ਸਾਨੂੰ ਕੋਈ ਮਤਲਬ ਨਹੀਂ, ਅਸੀਂ ਗੱਲ ਦਿੱਲੀ ਦੀ ਕਰਾਂਗੇ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਲੈਕਸ਼ਨ ਦਾ ਮਾਹੌਲ ਹੈ ਐਮਸੀਡੀ ਦੇ, ਹਰ ਕੈਂਡੀਡੇਟ ਆਪਣੇ ਤਰਫੋਂ ਹਰ ਤਰੀਕੇ ਦਾ ਦਲਬਲ ਲਗਾ ਰਿਹਾ ਹੈ। ਲੇਕਿਨ ਸਾਡੀ ਜੋ ਮੰਗ ਸੀ, ਸਾਡੀ ਪਾਰਟੀ ਦਾ ਫੈਸਲਾ ਸੀਗਾ ਕਿ ਜੋ ਬੰਦੀ ਸਿੱਖਾਂ ਦੀ ਗੱਲ ਕਰੇਗਾ ਅਸੀਂ ਉਸ ਕੈਂਡੀਡੇਟ ਦਾ ਸਮਰਥਨ ਦੇਵਾਂਗੇ। ਮੈਂ ਸਮਝਦਾ ਕਿ 3 ਪਾਰਟੀਆਂ ਦਿੱਲੀ ਦੇ ਵਿੱਚ ਮੇਨ ਨੇ ਔਰ ਹਰ ਪਾਰਟੀ ਦਾ 250 ਕੈਂਡੀਡੇਟ ਉਤਰਿਆ, ਯਾਨੀ ਕਿ 750 ਪਾਰਟੀ ਦਾ ਕੈਂਡੀਡੇਟ, ਉਸ ਤੋਂ ਇਲਾਵਾ ਆਜ਼ਾਦ ਕੈਂਡੀਡੇਟ ਵੀ ਖੜੇ ਹੋਏ ਨੇ। ਬਟ ਜਿੱਥੇ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਨੇ ਮੇਰੇ ਕੋਲੋਂ ਜਦੋਂ ਸਮਰਥਨ ਮੰਗਿਆ 3 ਦਿਨ ਪਹਿਲਾਂ, ਮੈਂ ਉਹਨਾਂ ਅੱਗੇ ਇੱਕੋ ਮੁੱਦਾ ਰੱਖਿਆ ਕਿ ਭੈਣ ਜੀ ਤੁਸੀਂ ਸਾਡੀ ਮੰਗ ਬੰਦੀ ਸਿੱਖਾਂ ਦੀ ਹੈ, ਕਿਆ ਤੁਸੀਂ ਇਸ ਲੜਾਈ ਵਿੱਚ ਸਾਡੇ ਨਾਲ ਸ਼ਾਮਲ ਹੋਵੋਗੇ? ਉਹ ਕਵਲਜੀਤ ਕੌਰ ਜੀ ਨੇ ਮੈਨੂੰ ਆਸ਼ਵਾਸਨ ਦਿੱਤਾ। ਮੈਂ ਕਿਹਾ ਜੀ ਮੇਰੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਇਕੱਲੇ ਵੀਡੀਓ ਜਨਤਕ ਕਰੋ। ਔਰ ਭੈਣ ਜੀ ਕਵਲਜੀਤ ਕੌਰ ਜੀ ਨੇ ਇਹ ਇੱਕ, ਮੈਂ ਸਮਝਦਾ ਕਿ ਉਹਨਾਂ ਦੇ ਉੱਪਰ ਗੁਰੂ ਸਾਹਿਬ ਦੀ ਕਿਰਪਾ ਸੀ ਜੋ ਉਹਨਾਂ ਨੂੰ ਬਲ ਬਖਸ਼ਿਆ ਔਰ ਉਹਨਾਂ ਨੇ ਪਰਸੋਂ ਪਿਛਲੇ ਦਿਨੀ ਵੀਡੀਓ ਜਨਤਕ ਕਰਕੇ ਦੱਸਿਆ ਕਿ ਅਗਰ ਮੈਨੂੰ ਗੁਰੂ ਸਾਹਿਬ ਨੇ ਮਾਨ ਦਿੱਤਾ ਤੇ ਮੈਂ ਬੰਦੀ ਸਿੱਖਾਂ ਦੀ ਲੜਾਈ ਹਾਊਸ ਵਿੱਚ ਵੀ ਲੜਾਂਗੀ ਔਰ ਆਪਣੀ ਸਰਕਾਰ ਨਾਲ ਵੀ ਗੱਲ ਕਰਾਂਗੀ। ਇਹ ਚੀਜ਼ਾਂ ਨੂੰ ਮੁੱਖ ਰੱਖਦਿਆਂ ਅੱਜ ਜਿੱਦਾਂ ਪ੍ਰਚਾਰ ਦੀ ਲਹਿਰ ਚੱਲਦੀ ਹੈ ਤੇ ਡਿਪਟੀ ਸੀਐਮ ਦਿੱਲੀ ਦੇ ਸਿਸੋਦੀਆ ਜੀ ਉਹ ਵਾਰਡ ਨੰਬਰ 210 ਗੀਤਾ ਕਲੋਨੀ ਵਿਖੇ ਆਏ। ਉੱਥੇ ਹੀ ਮੈਨੂੰ ਕੈਂਡੀਡੇਟ ਵੱਲੋਂ ਵੀ ਸੱਦਾ ਸੀਗਾ। ਮੈਂ ਜਦੋਂ ਉੱਥੇ ਪਹੁੰਚਦਾ ਆ ਤੇ ਡਿਪਟੀ ਸੀਐਮ ਸਾਹਿਬ ਤੋਂ ਪਹਿਲਾਂ ਮੈਨੂੰ ਮਾਈਕ ਦਿੱਤਾ ਜਾਂਦਾ ਹੈ ਔਰ ਜਦੋਂ ਮੈਂ ਬੰਦੀ ਸਿੱਖਾਂ ਦੀ ਗੱਲ ਕਰਦਾ ਤੇ ਮੈਨੂੰ ਵਿਚਕਾਰ ਸਿਸੋਦੀਆ ਸਾਹਿਬ ਵੱਲੋਂ ਰੋਕਿਆ ਵੀ ਜਾਂਦਾ ਹੈ ਕਿ ਤੁਸੀਂ ਇਹ ਗੱਲ ਨਾ ਕਰੋ। ਬਟ ਮੇਰਾ ਫੈਸਲਾ, ਮੇਰਾ ਜੋ ਪਬਲਿਕ ਦੀ ਜੋ ਅੱਜ ਸਿੱਖ ਸੰਗਤ ਦੀ ਆਵਾਜ਼ ਸੀ, ਮੈਨੂੰ ਆਮ ਜਨਤਾ ਤੱਕ ਪਹੁੰਚਾਉਣ ਦੀ ਬਹੁਤ ਲੋੜ ਸੀ, ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਸੀ। ਉਸ ਜਨ ਸਭਾ ਦੇ ਵਿੱਚ ਮੈਂ ਆਪਣੀ ਗੱਲ ਪੂਰੀ ਕਰਕੇ ਔਰ ਮੈਂ ਉਹਨਾਂ ਨੂੰ ਦੱਸਿਆ ਕਿ ਅਗਰ ਤੁਸੀਂ, ਤੁਹਾਡੇ ਕੋਲ ਇੱਕ ਕੈਦੀ ਸਾਡਾ ਬੰਦੀ ਸਿੰਘ ਹੈ ਪ੍ਰੋਫੈਸਰ ਭੁੱਲਰ ਸਾਹਿਬ, ਜੋ ਤੁਹਾਡੇ ਕੋਲ ਬੰਦ ਨੇ, ਤੁਸੀਂ ਉਹਨਾਂ ਨੂੰ ਰਿਹਾ ਕਰੋ। ਅਸੀਂ ਤੁਹਾਡਾ ਸਮਰਥਨ ਪੂਰਾ ਦਿੱਲੀ ਦੇ ਵਿੱਚ ਘਰ ਘਰ ਜਾ ਕੇ ਕਰਾਂਗੇ। ਬਟ ਉਹਨਾਂ ਵੱਲੋਂ ਗੋਲਮੋਲ ਜਵਾਬ ਸੀ ਕਿ ਇਹ ਲੜਾਈ ਕੂੜੇ ਦੀ ਹੈ, ਇਹ ਲੜਾਈ ਐਮਸੀਡੀ ਦੀ ਹੈ। ਭਾਈ ਤੁਹਾਡੀ ਜਿਹੜੀ ਮਰਜ਼ੀ ਲੜਾਈ ਹੈ, ਅੱਜ ਪੰਥ ਦੀ ਲੜਾਈ ਇੱਕੋ ਹੈ, ਬੰਦੀ ਸਿੰਘਾਂ ਦੀ ਰਿਹਾਈ, ਜਿਹਨੂੰ ਮੁੱਖ ਰੱਖਦਿਆਂ ਮੈਂ ਉੱਥੇ ਕੀਤਾ। ਔਰ ਸਿਸੋਦੀਆ ਸਾਹਿਬ ਵੱਲੋਂ
ਗੱਲ ਗੋਲ-ਮੋਲ ਕਰਕੇ ਕਿ ਕੂੜੇ ਦੀ ਲੜਾਈ ਹੈ, ਅਸੀਂ ਇਹ ਗੱਲ ਕਰੀਏ, ਕਿਉਂਕਿ ਜਦੋਂ ਵੀ ਅਸੀਂ ਕੂੜੇ ਦੀ ਗੱਲ ਕਰਦੇ ਹਾਂ ਹੋਰ ਐਸੇ ਮੁੱਦੇ ਆ ਜਾਂਦੇ ਨੇ ਜਿਸ ਕਰਕੇ ਇਹ ਗੱਲ ਰਹਿ ਜਾਂਦੀ ਹੈ। ਔਰ ਉਹਨਾਂ ਨੇ ਇੱਕ ਜੋ ਸ਼ਬਦ ਯੂਜ਼ ਕੀਤਾ ਹੈ, ਮੈਂ ਸਮਝਦਾ ਕਿ ਉਹ ਬਹੁਤ ਮੰਦਭਾਗਾ ਸ਼ਬਦ ਹੈ ਕਿ ਇਹ ਦਿੱਲੀ ਦੀ ਲੜਾਈ ਹੈ, ਦਿੱਲੀ ਦੇ ਲੋਕਾਂ ਦੀ ਲੜਾਈ ਹੈ। ਇਟ ਮੀਨਸ ਕਿ ਪੰਜਾਬ ਦੇ ਉਹ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਕਿਆ ਉਹਨਾਂ ਨੂੰ ਰਿਹਾ ਕਰਨ ਵਾਸਤੇ ਆਮ ਆਦਮੀ ਪਾਰਟੀ ਨਹੀਂ ਸਾਥ ਦੇਗੀ? ਕਿਆ ਕੇਜਰੀਵਾਲ ਸਾਹਿਬ ਨੂੰ ਇਹਦੇ ਵਿੱਚ ਸਾਡਾ ਸਹਿਯੋਗ, ਸਿੱਖ ਧਰਮ ਦਾ ਸਹਿਯੋਗ ਨਹੀਂ ਦੇਣਾ ਚਾਹੀਦਾ? ਮੈਨੂੰ ਲੱਗਦਾ ਹੈ ਕਿ ਸਿਸੋਦੀਆ ਸਾਹਿਬ ਨੇ ਕਲੀਅਰ ਕਰਤਾ ਕਿ ਅਸੀਂ ਦਿੱਲੀ ਦੀ ਗੱਲ ਕਰਾਂਗੇ, ਸਾਨੂੰ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ, ਭਾਵੇਂ ਸਾਡੀ ਸਰਕਾਰ ਪੰਜਾਬ ਵਿੱਚ ਹੈਗੀ ਹੈ, ਬਟ ਸਾਨੂੰ ਕੋਈ ਮਤਲਬ ਨਹੀਂ, ਅਸੀਂ ਗੱਲ ਦਿੱਲੀ ਦੀ ਕਰਾਂਗੇ। ਉਹਨਾਂ ਨੇ ਮੈਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਵੀਡੀਓ ਵਿੱਚ ਕਲੀਅਰ ਹੈ ਕਿ ਤੁਸੀਂ ਇਹ ਮੁੱਦਾ ਨਾ ਚੁੱਕੋ, ਇਹ ਮੁੱਦਾ ਟਾਈਮ ਨਹੀਂ ਹੈ ਵਾਲਾ, ਬਟ ਮੈਂ ਕਿਹਾ ਨਹੀਂ, ਅੱਜ ਸੰਗਤ ਔਰ ਉੱਥੇ ਸਹਿਜਧਾਰੀ ਪਬਲਿਕ ਬੈਠੀ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਬੰਦੀ ਸਿੱਖਾਂ ਦੀ ਲੜਾਈ ਸਿੱਖ ਕੌਮ ਕਿਉਂ ਲੜ ਰਹੀ ਹੈ, ਉਹ ਬੰਦੀ ਸਿੱਖ ਕਿਉਂ ਨੇ, ਕੌਣ ਨੇ। ਤੇ ਜਦੋਂ ਮੈਂ ਕਲੀਅਰ ਕੀਤਾ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਘਬਰਾਹਟ ਹੋਈ ਹੈ ਕਿ ਪਬਲਿਕ ਨੂੰ ਜਵਾਬ ਦੇਣਾ ਪਏਗਾ, ਲੇਕਿਨ ਪਬਲਿਕ ਦਾ ਬਹੁਤ ਵੱਡਾ ਸਹਿਯੋਗ ਔਰ ਆਸ਼ੀਰਵਾਦ ਮੈਨੂੰ ਮਿਲਿਆ। ਸਭ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ, ਕਿਉਂਕਿ ਭਾਰਤ ਦਾ ਕਾਨੂੰਨ ਹਰ ਭਾਰਤ ਵਾਸੀ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ, ਲੇਕਿਨ ਸਿੱਖ ਕੌਮ ਨਾਲ ਹਮੇਸ਼ਾ ਵਿਤਕਰਾ ਹੁੰਦਾ ਆਇਆ। ਇਹ ਮੈਂ ਪਬਲਿਕ ਦੇ ਵਿੱਚ ਜਨਤਕ ਕਰਕੇ ਸਾਰੀ ਗੱਲ ਕੀਤੀ, ਔਰ ਜਿਸ ਨੂੰ ਰੋਕਦੇ ਆ ਸਿਸੋਦੀਆ ਜੀ ਉੱਥੋਂ ਆਪਣੀ ਗੱਲ ਗੋਲ-ਮੋਲ ਕਰਕੇ ਉੱਥੋਂ ਚਲੇ ਗਏ। ਸਾਡਾ ਸਪੋਰਟ ਹਰ ਉਸ ਸ਼ਖਸ ਦੇ ਨਾਲ ਹੈ, ਉਹ ਪਾਰਟੀ ਜਿਹੜੀ ਮਰਜ਼ੀ ਹੋਵੇ। ਉਹ ਅਗਰ ਆਮ ਬੰਦੀ ਸਿੱਖਾਂ ਦੀ ਗੱਲ, ਬੰਦੀ ਸਿੱਖਾਂ ਦੀ ਲੜਾਈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜੇਗਾ, ਅਸੀਂ ਪਾਰਟੀ ਤੋਂ ਉੱਠ ਕੇ, ਅੱਜ ਕਿਉਂਕਿ ਧਰਮ ਦੀ ਗੱਲ ਹੈ, ਅੱਜ ਇੱਕ ਮਾਨਸਿਕਤਾ ਦੀ ਗੱਲ ਹੈ ਕਿ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ। ਉਹ ਕੈਂਡੀਡੇਟ ਕੋਈ ਵੀ ਹੋਵੇ, ਅਗਰ ਕਵਲਜੀਤ ਕੌਰ ਜੀ ਨੇ ਸਮਰਥਨ ਦਿੱਤਾ ਹੈ, ਮੈਂ ਉਹਨਾਂ ਵਾਸਤੇ ਜਿੱਥੇ ਵੀ ਉਹ ਕਹਿਣਗੇ ਮੈਂ ਖੜਾ ਹੋਵਾਂਗਾ ਔਰ ਸੰਗਤ ਕੋਲੋਂ ਵੋਟ ਵੀ ਮੰਗਾਂਗਾ ਉਹਨਾਂ ਵਾਸਤੇ।